ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਹਾਂ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਖਬਰਾਂ ਤਾਂ ਬਹੁਤ ਸਾਰੀਆਂ ਜਿਨ੍ਹਾਂ ਤੇ ਚਰਚਾ ਕਰਨੀ ਹੈ। ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਨੇ ਚੰਡੀਗੜ੍ਹ ਨੂੰ ਲੈ ਕੇ ਇੱਕ ਮਤਾ ਪੇਸ਼ ਕੀਤਾ ਸੀ ਤੇ ਹਰਿਆਣਾ ਸਰਕਾਰ ਨੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹ ਕੀ ਕਹਾਣੀ ਹੈ ਪੂਰੀ? ਨਵਜੀਤ ਜੀ, ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਇੱਕ ਮਤਾ ਵਿਧਾਨ ਸਭਾ ਤੋਂ ਪਾਸ ਕਰਾਇਆ ਜਿਹਦੇ ਉੱਤੇ ਭਾਜਪਾ ਦੇ 2 ਮੈਂਬਰਾਂ ਨੇ ਵਿਰੋਧ ਕੀਤਾ ਤੇ ਬਾਕੀ ਜਿੰਨੇ ਸਨ ਸਾਰੀਆਂ ਪਾਰਟੀਆਂ ਦੇ ਸਾਰੇ ਮੈਂਬਰਾਂ ਨੇ ਉਹਦੀ ਸਪੋਰਟ ਕੀਤੀ, ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮਤਾ ਕੀ ਹੈ? ਚੰਡੀਗੜ੍ਹ ਦੇ ਮੁੱਦੇ ਤੇ ਹੈ। ਪੰਜਾਬ ਸਰਕਾਰ ਇੱਕ ਖੁਦਮੁਖਤਾਰ ਸੂਬੇ ਦੀ ਸਰਕਾਰ ਹੈ। ਖੁਦਮੁਖਤਾਰ ਦੇਸ਼ ਤੋਂ ਖੁਦਮੁਖਤਾਰ ਤਾਂ ਨਹੀਂ, ਪਰ ਆਪਣੇ ਤੌਰ ਦੇ ਉੱਤੇ ਇੱਕ ਰਾਜ ਦੀ ਬਕਾਇਦਾ ਜਿਹੜੀ ਚੁਣੀ ਹੋਈ ਸਰਕਾਰ ਹੈ, ਉਹਨੂੰ ਇੰਨਾ ਹੱਕ ਵੀ ਨਹੀਂ ਕਿ ਉਹ ਮਤਾ ਪਾਸ ਕਰ ਸਕੇ। ਉਹਨਾਂ ਮਤਾ ਪਾਸ ਕਰਤਾ। ਕੀ ਆਖਿਆ ਉਹਨਾਂ? ਕਿ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਖੋਏ ਜਾ ਰਹੇ ਆ, ਇੱਥੇ ਕੇਂਦਰੀ ਕਾਨੂੰਨ ਲਾਗੂ ਕੀਤੇ ਜਾ ਰਹੇ ਆ, ਉਹ ਨਾ ਕਰੋ, ਸਾਡਾ ਇੰਨਾ ਹੱਕ ਰਹਿਣ ਦਿਓ। ਨਾਲੇ ਕਹਿਤਾ ਕਿ ਅੱਗੇ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਆ ਕੀਤਾ, ਉਹ ਕੀਤਾ, ਠੀਕ ਨਹੀਂ ਕੀਤਾ। ਉਹਦੇ ਉੱਤੇ ਹਰਿਆਣੇ ਦੀ ਸਰਕਾਰ ਨੇ ਇਤਰਾਜ਼ ਕੀਤਾ। ਜਿੰਨਾ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੀ ਸਰਕਾਰ ਨੂੰ ਇਹ ਮਤਾ ਪਾਸ ਕਰਨ ਦਾ ਅਧਿਕਾਰ ਹੈ, ਜਿੰਨਾ ਇਹ ਅਧਿਕਾਰ ਪੰਜਾਬ ਸਰਕਾਰ ਦੇ, ਉਨੇ ਅਧਿਕਾਰ ਹਰਿਆਣੇ ਦੀ ਸਰਕਾਰ ਦੇ ਵੀ ਤੇ ਸੰਵਿਧਾਨ 'ਚ ਹੈਗੇ। ਜਦੋਂ ਬੋਲਣ ਦੀ ਆਜ਼ਾਦੀ ਹੈ, ਪ੍ਰਗਟਾਵੇ ਦੀ ਆਜ਼ਾਦੀ ਹੈ, ਤੇ ਪੰਜਾਬ ਦੀ ਸਰਕਾਰ ਦੇ ਨਾਲ ਹਰਿਆਣੇ ਦੀ ਸਰਕਾਰ ਨੂੰ ਵੀ ਆਜ਼ਾਦੀ ਹੈ। ਉਹਨਾਂ ਦੇ ਮੁੱਖ ਮੰਤਰੀ ਨੇ ਉਸ ਵੇਲੇ ਕਹਿ ਦਿੱਤਾ, ਕਹਿੰਦਾ ਜੀ ਇੱਦਾਂ ਦੇ ਮਤੇ ਪਾਸ ਕਰਨ ਦਾ ਕੋਈ ਮਤਲਬ ਨਹੀਂ, ਇਹ ਮਤੇ ਕਿਤੇ ਜਾਣੇ ਨਹੀਂ ਹੁੰਦੇ, ਇਹ ਮਤੇ ਕਿਤੇ ਪੇਸ਼ ਨਹੀਂ ਹੋਣੇ, ਚਲੇ ਵੀ ਜਾਣੇ ਦਾ ਕੀ ਫਰਕ ਪੈਂਦਾ। ਜਦੋਂ ਪੰਜਾਬ ਤੇ ਹਰਿਆਣਾ ਵੱਖੋ ਵੱਖ ਹੋਏ ਤੇ 60-40 'ਚ ਸਭ ਕੁਝ ਵੰਡਿਆ ਗਿਆ। ਚੰਡੀਗੜ੍ਹ 'ਚ ਮਕਾਨ, ਬਿਲਡਿੰਗਾਂ, ਹਰ ਚੀਜ਼ ਜਿਹੜੀ ਆ ਉਹ 60-40 'ਚ ਤੇ ਚੱਲਦੀ ਆ ਰਹੀ ਹੈ। ਤੁਸੀਂ ਇਹ ਮਤਾ ਕਾਹਨੂੰ ਪਾਸ ਕਰਨਾ ਸੀ? ਕਰ ਦਿੱਤਾ ਤੇ ਨਹੀਂ ਠੀਕ ਕੀਤਾ। ਹੁਣ ਉਹ ਕਹਿੰਦਾ ਠੀਕ ਨਹੀਂ ਕੀਤਾ, ਪੰਜਾਬ ਵਾਲੇ ਕਹਿੰਦੇ ਅਸੀਂ ਠੀਕ ਕੀਤਾ। ਅੱਗੇ ਵੀ ਦੋਵੇਂ ਆਪੋ ਆਪਣੀ ਗੱਲ ਕਹਿੰਦੇ, ਹੁਣ ਵੀ ਕਹੀ ਜਾਂਦੇ, ਕੋਈ ਫਰਕ ਨਹੀਂ। ਇਹਨਾਂ ਨੇ ਤਾਂ ਇੱਕ ਵਾਰੀ ਹਰਿਆਣੇ ਵਾਲਿਆਂ ਨੇ ਪਿਛਲੀ ਸਰਕਾਰ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ, ਹਰਿਆਣੇ ਦੀ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੂੰ ਇਹ ਚਿੱਠੀ ਵੀ ਲਿਖ ਦਿੱਤੀ ਸੀ ਕਿ ਵਿਧਾਨ ਸਭਾ ਦੀ ਬਿਲਡਿੰਗ 60-40 ਨਾਲ ਨਹੀਂ ਵੰਡੀ ਗਈ, ਇਹਦੀ ਦੁਬਾਰਾ ਗਿਣਤੀ ਕਰੋ। ਤੇ ਰਾਣਾ KP ਸਿੰਘ ਨੇ ਸਾਰੇ ਅਫਸਰਾਂ ਨੂੰ ਲਾਤਾ ਸੀ ਗਿਣਤੀਆਂ ਕਰੋ। ਇੱਥੋਂ ਤੱਕ ਵੀ ਹੋਇਆ ਸੀ। ਇਹ ਰੇੜਕਾ ਕਈ ਵਾਰ ਪੈ ਚੁੱਕਾ। ਅਸੀਂ ਜਦੋਂ ਕਹਿੰਦੇ ਸਾਨੂੰ ਪੰਜਾਬੀ ਬੋਲਦੇ ਇਲਾਕੇ ਦਿਓ, ਉਹ ਕਹਿੰਦੇ ਸਾਡੇ ਹਿੰਦੀ ਬੋਲਦੇ ਛੱਡੋ। ਅਸੀਂ ਪੰਜਾਬੀ ਬੋਲਦੇ ਇਲਾਕੇ ਗਿਣਾ ਕੇ ਦੱਸਦੇ ਹਾਂ ਕਿ ਫਲਾਣੇ ਆ, ਉਹ ਹਿੰਦੀ ਬੋਲਦੇ ਇਲਾਕੇ ਗਿਣਾ ਕੇ ਨਹੀਂ ਦੱਸਦੇ, ਉੱਕਾ ਪੁੱਕਾ ਕਹਿੰਦੇ ਫਾਜ਼ਿਲਕਾ ਅਬੋਹਰ ਛੱਡੋ। ਫਾਜ਼ਿਲਕਾ ਅਬੋਹਰ ਦੇ ਲੋਕ ਹਿੰਦੀ ਨਹੀਂ ਬੋਲਦੇ, ਉਹ ਪੰਜਾਬੀ ਨਾਲੋਂ ਥੋੜ੍ਹੀ ਵੱਖਰੀ ਬੋਲੀ ਬੋਲਦੇ ਆ, ਪਰ ਜਿਹੜੀ ਬੋਲੀ ਉਹ ਬੋਲਦੇ ਆ ਉਹ ਹਿੰਦੀ ਨਹੀਂ ਗੀ, ਉਹ ਰਾਜਸਥਾਨ ਦੇ ਨਾਲ ਮਿਲਦੀ ਜੁਲਦੀ ਹੈ। ਜਿਹੜੀ ਹਰਿਆਣੇ ਦੀ ਹਿੰਦੀ ਹੈ ਉਹ ਥੋੜ੍ਹੀ ਜਿਹੀ ਖਰਵੀ ਹੈ, ਉਹਦੇ 'ਚ ਖਰਵਾਪਣ ਮਹਿਸੂਸ ਹੁੰਦਾ। ਜਿਹੜੀ ਰਾਜਸਥਾਨ ਦੀ ਹਿੰਦੀ ਹੈ, ਰਾਜਸਥਾਨੀ ਭਾਸ਼ਾ, ਉਹਦੇ ਵਿੱਚ ਸੋਬਰਾਈਟੀ ਜ਼ਿਆਦਾ, ਸਾਊਪਣਾ ਜ਼ਿਆਦਾ। ਉਹਨੂੰ ਉਹ ਕਹਿਣਗੇ ਮਾਂ ਸਾ, ਭਾਈ ਸਾ, ਚਾਚਾ ਸਾ, ਮਾਸੀ ਸਾ। ਸਾ ਦਾ ਮਤਲਬ ਸਾਹਿਬ, ਯਾਨੀ ਮਾਂ ਨੂੰ ਵੀ ਮਾਂ ਨਹੀਂ ਕਹਿਣਾ, ਮੰਮੀ ਨਹੀਂ ਕਹਿਣਾ, ਮਾਂ ਸਾਹਿਬ, ਚਾਚਾ ਸਾਹਿਬ, ਭਾਈ ਸਾਹਿਬ, ਮਾਸੀ ਸਾਹਿਬ, ਪਰ ਸਾ ਲਫ਼ਜ਼ ਵਰਤੇ, ਮਾਸੀ ਸਾ, ਮਾਂ ਸਾ, ਸਾਰਿਆਂ ਦੇ ਨਾਲ ਸਾ ਲਾਉਂਦੇ। ਇਹ ਗੱਲ ਨਾ ਸਾਡੇ ਪੰਜਾਬੀਆਂ ਨੇ ਕਦੇ ਅੱਜ ਤੱਕ ਕੀਤੀ ਹੈ, ਨਾ ਹਰਿਆਣੇ ਵਾਲਿਆਂ ਨੇ ਕੀਤੀ ਹੈ। ਜਿਹੜੇ ਫਾਜ਼ਿਲਕਾ ਅਬੋਹਰ ਦੇ ਲੋਕ ਆ, ਇਹਨਾਂ ਦਾ ਬੋਲ ਚਾਲ, ਇਹਨਾਂ ਦੀ ਭਾਸ਼ਾ ਬਹੁਤਾ ਕਰਕੇ ਹਰਿਆਣੇ ਨਾਲ, ਉਹਦੇ ਰਾਜਸਥਾਨ ਨਾਲ ਮਿਲਦੀ ਹੈ। ਰਾਜਸਥਾਨ ਨੇ ਕਦੇ ਮੰਗੇ ਨਹੀਂ, ਇਹਨਾਂ ਨੇ ਕਦੇ ਆਖਿਆ ਅਸੀਂ ਜਾਣਾ ਨਹੀਂ। ਹਰਿਆਣੇ ਵਾਲੇ ਮੰਗ ਕਰਦੇ ਆ, ਉਹਨਾਂ ਦੀ ਮੰਗ ਇਸ ਕਰਕੇ ਬੇਲੋੜੀ ਹੋ ਜਾਂਦੀ ਹੈ ਕਿ ਉਸ ਮੰਗ ਦਾ ਆਧਾਰ ਕੋਈ ਨਹੀਂ ਬਣਦਾ। ਫਿਰ ਜੇ ਜੋੜਨਾ ਚਾਹਣ ਤੇ ਵਿਚਾਲੇ ਇੱਕ ਪਿੰਡ ਆਉਂਦਾ ਕੰਦੂ ਖੇੜਾ। ਜੇ ਕੰਦੂ ਖੇੜਾ ਹਿੰਦੀ ਬੋਲਦਾ ਹੋਵੇ ਤੇ ਫਿਰ ਤੇ ਫਾਜ਼ਿਲਕਾ ਅਬੋਹਰ ਦੇ ਉੱਤੇ ਬਹਾਨਾ ਬਣਾ ਸਕਦੇ ਆ। ਹੁਣ ਕੰਦੂ ਖੇੜੇ 'ਤੇ ਲੋਕ ਪੰਜਾਬੀ ਬੋਲਦੇ ਆ, ਸਾਬਤ ਹੋ ਚੁੱਕਾ। ਤੇ ਫਿਰ ਜਿਹੜਾ ਨਾਲ ਜੁੜਦਾ ਹੀ ਨਹੀਂ ਉਹਨਾਂ ਦੇ, ਉਹਨੂੰ ਵੱਖਰਾ ਆਈਲੈਂਡ ਬਣਾ ਕੇ ਕੀ ਲੈਣਗੇ? ਇਹਦੇ ਬਾਵਜੂਦ ਮੈਂ ਕਹਿੰਦਾ ਕਿ ਜਿੰਨਾ ਹੱਕ ਪੰਜਾਬ ਦੀ ਸਰਕਾਰ ਦਾ ਆਪਣੇ ਪੱਖ 'ਚ ਮਤਾ ਪਾਸ ਕਰਨ ਦਾ, ਉਨਾ ਹੀ ਹੱਕ ਦੂਸਰੇ ਪਾਸਿਓਂ ਹਰਿਆਣੇ ਦੀ ਸਰਕਾਰ ਦਾ ਕਿ ਉਹ ਆਪਣੇ ਪੱਖ 'ਚ ਮਤਾ ਪਾਸ ਕਰ ਸਕੇ। ਦੋਵਾਂ ਤਰ੍ਹਾਂ ਦਾ ਹੱਕ ਹੈ, ਦੋਵਾਂ ਨੇ ਆਪੋ ਆਪਣਾ ਵਰਤ ਲਿਆ। ਇਹੋ ਤਾਂ ਡੈਮੋਕ੍ਰੇਸੀ, ਇਹੋ ਤਾਂ ਡੈਮੋਕ੍ਰੇਸੀ ਦਾ ਗੁਣ ਹੈ ਕਿ ਆਪੋ ਆਪਣਾ ਹੱਕ ਸਾਰੇ ਵਰਤੋਂ, ਲੜਨਾ ਨਹੀਂ। ਪੰਨੂ ਸਾਹਿਬ, ਉੱਧਰ ਕੇਂਦਰ ਸਰਕਾਰ ਨੇ ਪੰਜਾਬ ਤੋਂ ਫੌਜ ਦਾ ਖਰਚਾ ਮੰਗਿਆ ਸੀਗਾ। ਖਰਚਾ ਉਸ ਵੇਲੇ ਮੰਗਿਆ ਸੀਗਾ ਜਦੋਂ ਪਠਾਨਕੋਟ ਵਿੱਚ ਹਮਲਾ ਹੋਇਆ ਸੀਗਾ। ਭਗਵੰਤ ਮਾਨ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਇੱਕ ਪਾਸੇ ਮਤਾ ਪੇਸ਼ ਕੀਤਾ ਗਿਆ। ਇਹ ਪੂਰੀ ਕਹਾਣੀ ਕੀ ਹੈ? ਇੱਕ ਤੋਂ ਬਾਅਦ ਇੱਕ ਨਵਾਂ ਮੁੱਦਾ ਚੁੱਕਿਆ ਜਾ ਰਿਹਾ ਹੈ, ਵੈਸੇ ਗੱਲ ਪੁਰਾਣੀ ਆ। ਦੇਖੋ, ਕਈ ਲੋਕ ਕਹਿ ਸਕਦੇ ਆ ਕਿ ਪੁਰਾਣੀ ਗੱਲ ਹੁਣ ਨਵੇਂ ਮੁੱਖ ਮੰਤਰੀ ਨੇ ਆ ਕੇ ਕਿਉਂ ਚੁੱਕੀ। ਉਦੋਂ ਦੀ ਗੱਲ ਸੀ ਤੇ ਉਦੋਂ ਚੁੱਕਦੇ।
ਵੀ ਉਦੋਂ ਭਗਵੰਤ ਮਾਨ ਇੱਥੇ ਮੁੱਖ ਮੰਤਰੀ ਨਹੀਂ ਸੀ, ਉਹਦੀ ਪਾਰਟੀ ਦਾ ਰਾਜ ਨਹੀਂ ਸੀ। ਹੁਣ ਵਿਧਾਨ ਸਭਾ 'ਚ ਚੱਲਦੀ ਚਰਚਾ 'ਚ ਉਹਨੇ ਕਹਿ ਤਾ, ਪਰ ਉਹਨੇ ਨਾਲ ਇੱਕ ਗੱਲ ਬੜੀ ਠੋਕ ਕੇ ਆਖੀ। ਉਹਨੇ ਕਿਹਾ ਜੀ ਪਠਾਨਕੋਟ 에ਅਰਫੋਰਸ ਸਟੇਸ਼ਨ ਦੇ ਉੱਤੇ ਹਮਲਾ ਹੋਇਆ ਸੀ, ਉਹਦੇ ਬਾਅਦ ਭਾਰਤ ਸਰਕਾਰ ਨੇ 5-6 ਦਿਨ ਲੜਾਈ ਚੱਲਦੀ ਰਹੀ, ਅੱਤਵਾਦੀ ਤਾਂ ਮਾਰੇ ਗਏ ਸਨ, ਪਾਕਿਸਤਾਨੀ ਸਨ। ਫਿਰ ਭਾਰਤ ਸਰਕਾਰ ਨੇ 2-3 ਮਹੀਨਿਆਂ ਬਾਅਦ ਅਚਾਨਕ ਇੱਕ ਬਿੱਲ ਭੇਜਤਾ ਕਿ ਉਸ ਆਪਰੇਸ਼ਨ ਦੇ ਵਿੱਚ ਲੜਨ ਵਾਸਤੇ ਜਿਹੜੀ ਫੌਜ ਭੇਜੀ, ਜਿਹੜੇ ਕਮਾਂਡੋ ਭੇਜੇ, ਉਹਨਾਂ ਦਾ ਇੰਨਾ ਖਰਚਾ ਆਇਆ, ਇਹ ਖਰਚਾ ਭਾਰਤ ਸਰਕਾਰ ਨੂੰ ਦੇ ਦਿਓ। ਭਗਵੰਤ ਮਾਨ ਕਹਿੰਦਾ ਕਿ ਮੈਂ ਤੇ ਉਦੋਂ ਸਾਡੇ ਪਾਰਲੀਮੈਂਟ ਮੈਂਬਰ ਹੁੰਦੇ ਸਨ ਸਾਧੂ ਸਿੰਘ, ਅਸੀਂ ਦੋਵੇਂ ਜਣੇ ਜਾ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ। ਇਹ ਸ਼ਾਇਦ ਉਦੋਂ ਰੱਖਿਆ ਮੰਤਰੀ ਨਹੀਂ, ਗ੍ਰਹਿ ਮੰਤਰੀ ਸੀ। ਉੱਥੇ ਜਾ ਕੇ ਉਹਨੂੰ ਆਖਿਆ ਕਿ ਕੀ ਹੁਣ ਬਾਹਰੋਂ ਹੋਇਆ ਹਮਲਾ ਹੋਵੇ ਤੇ ਉਹਦਾ ਖਰਚਾ ਵੀ ਪੰਜਾਬ ਦੇਵੇਗਾ। ਪੰਜਾਬ ਨੇ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਪੰਜਾਬ ਨੇ ਦੇਸ਼ ਲਈ ਰਾਖੀ ਕਰਦਿਆਂ ਫੌਜਾਂ ਦੇ ਵਿੱਚ ਕੁਰਬਾਨੀਆਂ ਦਿੱਤੀਆਂ। ਪੰਜਾਬ ਦੇ ਨੌਜਵਾਨ ਅੱਜ ਵੀ ਫੌਜਾਂ ਦੇ ਵਿੱਚ ਨੇ ਤੇ ਬਾਰਡਰਾਂ ਦੇ ਉੱਤੇ ਟਿਕੇ ਹੋਏ ਨੇ, ਅੱਡ-ਅੱਡ ਥਾਵਾਂ 'ਤੇ ਲੜਾਈ ਲੜਦੇ ਪਏ ਆ। ਤੇ ਲੜਾਈ ਦਾ ਸਾਨੂੰ ਕੋਈ ਸਿਹਰਾ ਦੇਣ ਦੀ ਥਾਂ, ਕੋਈ ਸ਼ਾਬਾਸ਼ ਦੇਣ ਦੀ ਥਾਂ ਤੁਸੀਂ ਕੇਂਦਰ ਸਰਕਾਰ ਵਾਲੇ ਸਾਡੇ ਤੋਂ ਖਰਚਾ ਮੰਗੋਗੇ, ਇਹ ਚੰਗਾ ਲੱਗਦਾ? ਕਹਿੰਦਾ ਬਾਅਦ 'ਚ ਰੁਕ ਗਿਆ ਸੀ। ਹੁਣ ਇਹ ਗੱਲ ਉਦੋਂ ਭਗਵੰਤ ਮਾਨ ਤੇ ਸਾਧੂ ਸਿੰਘ ਦੋਵੇਂ ਪਾਰਲੀਮੈਂਟ ਮੈਂਬਰ ਸਨ। ਨਾ ਭਗਵੰਤ ਮਾਨ ਮੁੱਖ ਮੰਤਰੀ ਸੀ, ਨਾ ਸਾਧੂ ਸਿੰਘ ਪੰਜਾਬ ਦੀ ਸਰਕਾਰ ਦਾ ਹਿੱਸਾ ਸੀ। ਜਿਹੜੀ ਪੰਜਾਬ ਦੀ ਸਰਕਾਰ ਸੀ, ਇਹਨਾਂ ਨੇ ਜਾ ਕੇ ਕੇਸ ਪੇਸ਼ ਕੀਤਾ ਕਿ ਨਹੀਂ ਕੀਤਾ, ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ। ਬਾਅਦ 'ਚੋਂ ਖਰਚਾ ਰੁਕ ਗਿਆ। ਹੁਣ ਇਹ ਤੇ ਗੱਲ ਹੋਈ ਕਿ ਕੇਂਦਰ ਸਰਕਾਰ ਨੇ ਖਰਚਾ ਮੰਗਿਆ, ਭਗਵੰਤ ਮਾਨ ਨੇ ਇਤਰਾਜ਼ ਕੀਤਾ ਜਾ ਕੇ ਰੱਖਿਆ ਮੰਤਰੀ ਨੂੰ ਮਿਲ ਕੇ। ਇਹਨੂੰ ਵੱਖਰੇ ਤੌਰ ਤੇ ਛੱਡ ਕੇ ਆਪਾਂ ਸੋਚੀਏ, ਜਿਹੜੇ ਅੱਤਵਾਦੀ ਆਏ ਸੀ ਕਿੱਥੋਂ ਆਏ? ਪਾਕਿਸਤਾਨ ਤੋਂ। ਪਾਕਿਸਤਾਨ ਤੋਂ ਉਹ ਬਕਾਇਦਾ ਪਾਸਪੋਰਟ ਤੇ ਵੀਜ਼ਾ ਲਵਾ ਕੇ ਨਹੀਂ ਸੀ ਆਏ, ਗੈਰ ਕਾਨੂੰਨੀ ਤਰੀਕੇ ਨਾਲ ਆਏ ਸਨ। ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੇ ਬਾਰਡਰ ਟੱਪਿਆ ਤੇ ਜਿਹੜੀ ਬਾਰਡਰ ਦੇ ਉੱਤੇ ਫੋਰਸ ਲੱਗੀ ਹੈ, ਬਾਰਡਰ ਸਿਕਿਉਰਿਟੀ ਫੋਰਸ BSF, ਉਹ ਕਿਹਦੀ ਹੈ? ਭਾਰਤ ਸਰਕਾਰ ਦੀ। ਜੇ ਭਾਰਤ ਸਰਕਾਰ ਦੀ ਫੋਰਸ ਦੀ ਗਲਤੀ ਨਾਲ ਅੱਤਵਾਦੀ ਭੱਜ ਕੇ ਆ ਗਏ ਤੇ ਇਹਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਕਿਉਂ ਪਵੇ? ਇੱਕ ਜਿਹੜਾ ਅਗਲੇ ਪਾਸੇ 에ਅਰਫੋਰਸ ਦਾ ਸਟੇਸ਼ਨ ਸੀ। 에ਅਰਫੋਰਸ ਕੋਈ ਕਬੱਡੀ ਖੇਡਣ ਵਾਲਾ ਟੋਲਾ ਨਹੀਂ ਹੁੰਦੀ, 에ਅਰਫੋਰਸ ਲੜਾਕੂ ਫੋਰਸ ਹੈ। ਜਿਹੜੀ ਲੜਾਕੂ ਫੋਰਸ ਹੈ, ਜੇ ਕੱਲ੍ਹ ਨੂੰ ਥਾਣੇ ਵਾਲੇ ਕਹਿਣ ਜੀ ਸਾਨੂੰ ਰਾਤ ਨੂੰ ਖਤਰਾ, ਇੱਥੇ ਬਦਮਾਸ਼ ਨਾ ਆ ਜਾਂਦੇ ਹੋਣ, ਆ ਨਾਲ ਦੇ ਕਾਲਜ ਦੇ ਵਿੱਚੋਂ NCC ਵਾਲੇ ਬੱਚੇ ਭੇਜੋ ਜੀ ਰਾਤ ਇੱਥੇ ਪਹਿਰਾ ਦੇਣ, ਤੇ ਲੋਕੀ ਹੱਸਣਗੇ ਨਾ। ਇਹ ਜਿਹੜੀ 에ਅਰਫੋਰਸ ਸਟੇਸ਼ਨ ਹੈ, ਇਹਦੀ ਰਾਖੀ ਪੰਜਾਬ ਪੁਲਿਸ ਨੇ ਕਰਨੀ ਸੀ। ਕਾਹਦੀ 에ਅਰਫੋਰਸ ਹੈ ਜਿਹੜੀ ਆਪਣੇ 에ਅਰਫੋਰਸ ਸਟੇਸ਼ਨ ਦੀ ਰਾਖੀ ਨਹੀਂ ਕਰ ਸਕਦੀ? ਅੱਜ ਤੱਕ ਤੇ ਉਹ ਆਪਣੀ ਰਾਖੀ ਆਪ ਕਰਦੇ ਸੀ, ਉਹਨਾਂ ਕਦੇ ਪੁਲਿਸ ਨਹੀਂ ਮੰਗੀ ਰਾਖੀ ਕਰਨ ਵਾਸਤੇ। ਜੇ ਰਾਖੀ ਕਰਨ ਦੀ ਲੋੜ ਵੀ ਹੋਵੇ ਤਾਂ ਪੁਲਿਸ ਕਿਉਂ ਮੰਗਣ? ਆਪਣੀ ਆਰਮੀ ਨੂੰ ਕਹਿ ਦੇਣ ਵੀ 2 ਯੂਨਿਟਾਂ ਲਾਗੇ ਲਾ ਦਿਓ, ਉਹ ਤਾਂ ਉਹਨਾਂ ਮੰਗੀਆਂ ਨਹੀਂ। ਜੇ ਗਲਤੀ ਪਹਿਲਾਂ ਅੱਤਵਾਦੀਆਂ ਦੇ ਆਉਣ ਦੀ ਹੋਈ ਤੇ ਬਾਰਡਰ 'ਤੇ ਹੋਈ ਜਿੱਥੇ BSF ਲੱਗੀ ਆ ਤੇ ਕੇਂਦਰ ਸਰਕਾਰ ਦੀ, ਜੇ ਜਾ ਕੇ ਹਮਲਾ ਕੀਤਾ, ਅੱਤਵਾਦੀ ਟੱਪ ਕੇ 에ਅਰਫੋਰਸ ਸਟੇਸ਼ਨ ਦੇ ਅੰਦਰ ਚਲੇ ਗਏ ਤੇ ਕਈ ਦਿਨ ਅੰਦਰ ਲੜਦੇ ਰਹੇ, ਤੇ ਉਹ ਗਲਤੀ 에ਅਰਫੋਰਸ ਸਟੇਸ਼ਨ ਦੇ ਸਿਕਿਉਰਿਟੀ ਅਫਸਰਾਂ ਦੀ ਹੈ ਕਿ ਉਹਨਾਂ ਸਿਕਿਉਰਿਟੀ ਕੀ ਵੇਖੀ। ਪਤਾ ਤੇ ਇਹ ਲੱਗਾ ਕਿ ਰਾਤ ਬਰਾਤੇ ਉੱਥੋਂ ਜਵਾਨ ਪੁੱਠੇ ਕੰਮਾਂ ਲਈ ਜਾਂਦੇ ਸਨ ਬਾਹਰ। ਇੱਕ ਥਾਂ ਤੋਂ ਉਹਨਾਂ ਨੇ ਕੰਧ ਦੇ ਉੱਤੇ ਲਾਂਘਾ ਬਣਾਇਆ ਸੀ, ਉੱਚੀ ਕੰਧ, ਉਹਦੇ ਲਾਗੇ ਥੜਾ ਬਣਾ ਕੇ ਤਾਂ ਕੀਤਾ ਸੀ ਕਿ ਕੰਧ ਤੇ ਚੜ੍ਹ ਕੇ ਦੂਜੇ ਪਾਸੇ ਛਾਲ ਮਾਰ ਸਕੀ। ਦੂਜੇ ਪਾਸੇ ਵੀ ਉੱਡਾ ਥੜਾ ਬਣਾਇਆ ਸੀ ਤਾਂ ਕਿ ਉੱਥੋਂ ਚੜ੍ਹ ਕੇ ਤੇ ਅੰਦਰ ਛਾਲ ਮਾਰ ਸਕੀ। ਸਾਰੀ ਕੰਧ ਦੇ ਉੱਤੇ ਫਲੱਡ ਲਾਈਟਸ ਲੱਗੀਆਂ ਸੀ, ਪਰ ਜਿੱਥੇ ਉਹ ਥੜਾ ਸੀ ਉੱਥੋਂ ਵਾਲੀ ਇੱਕ ਫਲੱਡ ਲਾਈਟ ਜ਼ਮੀਨ ਤੇ ਪੈਣ ਦੀ ਥਾਂ ਉੱਪਰ ਨੂੰ ਕੀਤੀ ਸੀ। ਉਹ ਉੱਪਰ ਨੂੰ ਕਿਹਨੇ ਕਰਤੀ? ਪੰਜਾਬ ਪੁਲਿਸ ਨੇ ਨਹੀਂ ਕੀਤੀ, ਪੰਜਾਬ ਸਰਕਾਰ ਦੇ ਕਿਸੇ ਪਟਵਾਰੀ ਨੇ ਜਾ ਕੇ ਨਹੀਂ ਕੀਤੀ, ਕਿਸੇ ਬਿਜਲੀ ਮਹਿਕਮੇ ਨੇ ਕੀਤੀ, ਉਹਨੇ ਕੀਤੀ ਸੀ। ਫਿਰ ਉਹਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਕਿੱਦਾਂ ਪੈ ਸਕਦਾ? ਇਸ ਪੱਖ ਤੋਂ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਤੇ ਸਾਧੂ ਸਿੰਘ ਨੇ ਜਾ ਕੇ ਉੱਥੇ ਮਿਲ ਕੇ ਇਤਰਾਜ਼ ਕਰਕੇ ਠੀਕ ਕੀਤਾ। ਕੱਲ੍ਹ ਉਹਨੇ ਚਲਾਵਾ ਜ਼ਿਕਰ ਕੀਤਾ, ਉਹਨੇ ਇਹ ਤਾਂ ਨਹੀਂ ਕੀਤਾ ਕਿ ਅਸੀਂ ਕੋਈ ਉੱਥੇ ਜਾ ਕੇ ਫੌਜ ਨਾਲ ਲੜ ਕੇ ਪਾਕਿਸਤਾਨ ਦੇ ਅੱਤਵਾਦੀ ਮਾਰੇ ਸਨ। ਉਹਨੇ ਇਹੋ ਜਿਹੀ ਗੱਲ ਤੇ ਕੋਈ ਨਹੀਂ ਆਖੀ। ਉਹਨੇ ਆਖਿਆ ਜੀ ਲੜਨ ਦਾ ਕੰਮ ਤੇ ਸਾਡੀ ਲੜਾਕੂ ਫੋਰਸ ਨੇ ਕੀਤਾ, ਉਹ ਸਾਡੇ ਦੇਸ਼ ਦੀ ਆ ਔਰ ਅਸੀਂ ਉਹਦੇ ਨਾਲ ਹਾਂ, ਪਰ ਇਹਦਾ ਖਰਚਾ ਪੰਜਾਬ ਦੇ ਸਿਰ ਪਾਉਣਾ ਗਲਤ ਸੀ। ਇੰਨੀ ਗੱਲ ਉਹਨੇ ਕਹਿਤੀ ਹੈ ਤੇ ਇਹ ਕੋਈ ਉਹਨੇ ਗਲਤ ਨਹੀਂ ਕੀਤਾ। ਚਲੋ ਚੰਗੀ ਗੱਲ ਹੈ, ਕਿਸੇ ਨੇ ਮੁੱਦਾ ਚੁੱਕਿਆ ਤਾਂ ਪਾਰਲੀਮੈਂਟ ਵਿੱਚ ਕਈ ਵਾਰ ਗੱਲਾਂ ਹੋ ਕੇ ਰਹਿ ਜਾਂਦੀਆਂ। ਪੰਨੂ ਸਾਹਿਬ ਗੱਲ ਅਗਲੀ ਵੀ ਕਰਦੇ ਆ। ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੱਬਾਂ ਭਾਰ ਨਜ਼ਰ ਆ ਰਹੀ ਹੈ। 4 ਜ਼ਿਲ੍ਹਿਆਂ ਦੀਆਂ ਨਿਗਮ ਦੀਆਂ ਚੋਣਾਂ ਉਹ ਵੀ ਤਿਆਰੀਆਂ ਕਰਦੇ ਪਏ ਆ, ਤੇ ਉਧਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਗੁਜਰਾਤ ਪਹੁੰਚ ਗਏ ਆ। ਉੱਥੇ ਵੀ ਹੁਣ ਪ੍ਰਚਾਰ ਜਿਸ ਹਿਸਾਬ ਨਾਲ ਕਰਨਾ ਸ਼ੁਰੂ ਕਰਤਾ, ਕਹਿੰਦੇ ਵਿਰੋਧੀਆਂ ਨੇ ਆਪਣੇ ਪੈਰ ਉਧਰ ਵੀ ਜਮਾਉਣੇ ਸ਼ੁਰੂ ਕਰਤੇ ਆ। ਦੇਖੋ, ਜਦੋਂ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ, ਇਹਨਾਂ ਦਾ ਇੱਕੋ ਨਾਰਾ ਸੀ ਕਿ ਮੈਂ ਕਾਂਗਰਸ ਮੁਕਤ ਭਾਰਤ ਬਣਾਵਾਂਗਾ। ਕਾਂਗਰਸ ਮੁਕਤ ਭਾਰਤ ਬਣਾਉਣ ਵਾਸਤੇ ਇਹਨਾਂ ਨੇ ਉਸ ਪਾਰਟੀ ਨੂੰ ਸਾਰੇ ਪਾਸਿਆਂ ਤੋਂ ਖੂੰਜੇ ਲਾਇਆ, ਉਹਦੇ ਬੰਦੇ ਤੋੜੇ, ਆਪਣੇ ਨਾਲ ਜੋੜ ਕੇ ਕੋਈ ਐਮਐਲਏ ਬਣਾਇਆ, ਕੋਈ ਮੰਤਰੀ ਬਣਾਇਆ, ਸਾਰੇ ਪੱਖ ਤੋਂ ਉਹਨਾਂ ਨੇ ਨਾਲ ਜੋੜੇ। ਅੱਡ-ਅੱਡ ਸੂਬਿਆਂ 'ਚ ਕਾਂਗਰਸ ਹਾਰਦੀ ਗਈ। ਜਦੋਂ ਇਹ ਆਏ ਸੀ ਉਦੋਂ 10, 12, 15 ਸੂਬਿਆਂ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਹੁੰਦੀਆਂ ਸੀ।
ਅੱਜ ਸਿਰਫ 2-3 'ਚ ਰਹਿ ਗਈਆਂ, ਬਾਕੀ ਤੇ ਗਈਆਂ। ਉਹਨਾਂ 'ਚੋਂ ਵੀ ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਅਗਲੇ ਸਾਲ ਚੋਣਾਂ ਪਤਾ ਨਹੀਂ ਦੋਵੇਂ ਜਾਂਦੀਆਂ ਨੇ ਕਿ ਦੋ 'ਚੋਂ ਇੱਕ ਜਾਂਦੀ ਹੈ, ਦੋਵੇਂ ਤਾਂ ਬਚ ਨਹੀਂ ਸਕਣੀਆਂ, ਇੱਕ ਤਾਂ ਖੁੱਸ ਜਾਣੀ ਹੈ ਤੇ ਕਾਂਗਰਸ ਤੇ ਡੁੱਬਦੀ ਜਾ ਰਹੀ ਹੈ। ਇਹੋ ਜਿਹੇ ਹਾਲਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਦਲ ਦੇ ਤੌਰ ਤੇ, ਆਲਟਰਨੇਟਿਵ ਦੇ ਤੌਰ ਤੇ ਦੇਸ਼ ਵਿੱਚ ਇੱਕ ਨਵੀਂ ਪਾਰਟੀ ਉੱਭਰਦੀ ਪਈ, ਉਹਦਾ ਨਾਂ ਆਮ ਆਦਮੀ ਪਾਰਟੀ। ਭਾਰਤੀ ਜਨਤਾ ਪਾਰਟੀ ਇੱਕ ਧਰਮ ਦੀ ਅਪਰੋਚ ਰੱਖ ਕੇ ਚੱਲਦੀ ਪਈ ਹੈ। ਆਮ ਆਦਮੀ ਪਾਰਟੀ ਇੱਕ ਧਰਮ ਦੀ ਅਪਰੋਚ ਦੇ ਬਜਾਏ ਇਹ ਕਹਿ ਕੇ ਚੱਲਦੀ ਹੈ ਕਿ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ, ਵੀ ਦ ਪੀਪਲ ਆਫ ਇੰਡੀਆ, ਹਮ ਭਾਰਤ ਕੇ ਲੋਕ, ਇਹ ਤੋਂ ਸ਼ੁਰੂ ਹੁੰਦਾ। ਇਸ ਕਰਕੇ ਹਮ ਭਾਰਤ ਕੇ ਲੋਕ ਤੋਂ ਸ਼ੁਰੂ ਹੁੰਦਾ ਤੇ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਅਸੀਂ ਬਣਾ ਲਿਆ, ਜਿਹਨੂੰ ਅਸੀਂ ਅਮਲ 'ਚ ਲਾਗੂ ਕਰ ਲਿਆ, ਉਹਦੇ ਉੱਤੇ ਫਿਰ ਪਹਿਰਾ ਵੀ ਦੇਣਾ ਚਾਹੀਦਾ। ਅੱਡ-ਅੱਡ ਥਾਵਾਂ 'ਤੇ ਭ੍ਰਿਸ਼ਟਾਚਾਰ ਕਿਉਂ ਆ, ਭਾਈ ਭਤੀਜਾਵਾਦ ਕਿਉਂ? ਜਿਹੜਾ ਸੰਵਿਧਾਨ ਦੇਸ਼ ਨੇ ਅਪਣਾ ਲਿਆ, ਉਸ ਸੰਵਿਧਾਨ ਨੂੰ ਇਨਵੈਨ ਲਾਗੂ ਕੀਤਾ ਜਾਵੇ ਤਾਂ ਦੇਸ਼ ਨੂੰ ਠੀਕ ਚਲਾ ਜਾਵੇ। ਇਸ ਨਾਅਰੇ ਨਾਲ ਚੱਲੀ। ਦਿੱਲੀ 'ਚ ਲਗਾਤਾਰ 2 ਵਾਰ ਜਿੱਤ ਗਏ, ਪੰਜਾਬ ਵਿੱਚ ਹੁਣ ਜਿੱਤ ਗਈ। ਅੱਗੋਂ ਇਹਨਾਂ ਦੇ ਹੌਸਲੇ ਚੜ੍ਹੇ ਪਏ। ਇਹ ਗੁਜਰਾਤ ਵਿੱਚ ਗਏ ਨੇ। ਗੁਜਰਾਤ ਵਿੱਚ ਪਿਛਲੇ ਸਾਲ ਸੂਰਤ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਉਹ 'ਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਇੰਨੀ ਚੜ੍ਹੀ ਕਿ ਭਾਰਤੀ ਜਨਤਾ ਪਾਰਟੀ ਦਾ ਮੇਅਰ ਤਾਂ ਉੱਥੇ ਚੁਣਿਆ ਗਿਆ, ਬਹੁਤੀਆਂ ਸੀਟਾਂ ਤੇ ਉਹਨਾਂ ਦੀਆਂ ਆ ਗਈਆਂ, ਪਰ ਦੂਜੇ ਨੰਬਰ ਦੀ ਪਾਰਟੀ ਕਾਂਗਰਸ ਨਹੀਂ ਉੱਥੇ ਰਹਿ ਗਈ, ਆਮ ਆਦਮੀ ਪਾਰਟੀ ਬਣ ਗਈ। ਇਹਨਾਂ ਦੀ ਆਮ ਆਦਮੀ ਪਾਰਟੀ ਇੱਕ ਸ਼ਹਿਰ 'ਚ ਬਣਨ ਨਾਲ ਕਈਆਂ ਥਾਵਾਂ ਦੇ ਉੱਤੇ ਪੰਚਾਇਤਾਂ ਚੋਣਾਂ 'ਚ ਵੀ ਇਹਨਾਂ ਨੇ ਜਿੱਤ ਵਿਖਾਈ। ਕਾਂਗਰਸ ਤੋਂ ਅੱਗੇ ਲੰਘ ਰਿਹਾ। ਅਗਲੇ ਸਾਲ ਹੋਣੀਆਂ ਵਿਧਾਨ ਸਭਾ ਚੋਣਾਂ, ਅਗਲੇ ਸਾਲ ਕਿ ਹੁਣ ਤੇ ਆਈਆਂ ਖੜੀਆਂ ਸਿਰ ਤੇ, ਉਹ ਸਿਰ ਤੇ ਆਈਆਂ ਖੜੀਆਂ ਚੋਣਾਂ ਦੇ ਵਾਸਤੇ ਦੋਵੇਂ ਮੁੱਖ ਮੰਤਰੀ, ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ, ਦੋਵੇਂ ਜਣੇ ਉੱਥੇ ਪਹੁੰਚ ਗਏ ਨੇ। ਅੱਜ ਉਹ ਰੋਡ ਸ਼ੋਅ ਕਰਦੇ ਪਏ ਸੀ। ਅੱਜ ਉਹ ਸਾਬਰਮਤੀ ਆਸ਼ਰਮ ਵੀ ਸ਼ਾਇਦ ਗਏ ਨੇ, ਜੋ ਮੇਰੇ ਕੋਲ ਪੂਰੀ ਖਬਰ ਨਹੀਂ ਆਈ, ਸ਼ਾਇਦ ਗਏ ਨੇ। ਅੱਛਾ, ਇਹਦੇ ਦੌਰਾਨ ਉਹਨਾਂ ਨੇ 2-3 ਟੀਮਾਂ ਹਿਮਾਚਲ ਪ੍ਰਦੇਸ਼ ਵਿੱਚ ਭੇਜ ਦਿੱਤੀਆਂ। ਜਿਹੜੀਆਂ ਟੀਮਾਂ ਹਿਮਾਚਲ ਪ੍ਰਦੇਸ਼ ਭੇਜੀਆਂ, ਉਹ ਬੜੀਆਂ ਤੇਜ਼ੀ ਨਾਲ ਕੰਮ ਕਰ ਰਹੀਆਂ ਨੇ। ਮੈਨੂੰ ਇਹ ਲੱਗਦਾ ਕਿ ਜਦੋਂ ਗੁਜਰਾਤ ਤੋਂ ਵਿਹਲੇ ਹੋਏ, ਇਹ ਦੋਵੇਂ ਹੀ ਵੱਡੇ ਲੀਡਰ ਸਿੱਧੇ ਹੋ ਸਕਦਾ ਕਿ ਹਿਮਾਚਲ ਪ੍ਰਦੇਸ਼ ਜਾ ਕੇ ਲੈਂਡ ਕਰਨ। 2 ਮੁੱਖ ਮੰਤਰੀ ਜਦੋਂ ਇਕੱਠੇ ਗਏ ਹਿਮਾਚਲ ਪ੍ਰਦੇਸ਼ 'ਚ, ਛੋਟਾ ਜਿਹਾ ਹਿਮਾਚਲ ਪ੍ਰਦੇਸ਼ ਹੈ, ਗੁਜਰਾਤ ਤਾਂ 2 ਪੰਜਾਬਾਂ ਜਿੱਡਾ, ਉਹ ਤਾਂ ਬਹੁਤ ਵੱਡਾ। ਪੰਜਾਬ ਦੀਆਂ 13 ਸੀਟਾਂ ਨੇ ਪਾਰਲੀਮੈਂਟ 'ਚ, ਗੁਜਰਾਤ ਦੀਆਂ 26 ਨੇ, ਆਪੇ ਡਬਲ ਹੋ ਗਿਆ। ਉੱਥੇ ਦੀ ਗੱਲ ਹੋ ਰਿਹਾ। ਇਹ ਛੋਟੇ ਜਿਹੇ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਨੂੰ ਵੀ ਉਤਾਈ ਕਰਨ ਵਾਲੇ ਆ। ਜਦੋਂ ਉਹ ਗੁਜਰਾਤ ਤੋਂ ਵਿਹਲੇ ਹੋਣਗੇ ਤੇ ਉੱਥੋਂ ਫਿਰ ਇੱਧਰ ਨੂੰ ਆ ਜਾਣਗੇ। ਇਹ ਬੀਜੇਪੀ ਦੇ ਟਾਪ ਲੈਵਲ ਤੇ ਜਿਹੜਾ ਉਹਨਾਂ ਥਿੰਕ ਟੈਂਕ ਆ, ਉਹਦੇ ਵਾਸਤੇ ਸੋਚਣ ਦਾ ਮੁੱਦਾ ਕਿ ਕਾਂਗਰਸ ਮੁਕਤ ਭਾਰਤ ਤਾਂ ਤੁਸੀਂ ਬਣਾ ਲੈਣ ਲੱਗੇ ਆ। ਹੁਣ ਅੱਗੋਂ ਉਹਨਾਂ ਦੀ ਉੱਠਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ। ਜਿਹੜੀ ਉਹਨਾਂ ਦੇ ਪ੍ਰਧਾਨ ਹੈ ਵਿਚਾਰੀ ਬਜ਼ੁਰਗ ਹੈ, ਉਹਦਾ ਕੋਈ ਆਲਟਰਨੇਟਿਵ ਨਹੀਂ ਲੱਭਦਾ। ਮੁੰਡਾ ਆਲਟਰਨੇਟਿਵ ਬਣ ਨਹੀਂ ਸਕਿਆ, ਅੱਗੋਂ ਹੋਰ ਕੋਈ ਲੀਡਰ ਸਾਹਮਣੇ ਨਹੀਂ ਆ ਰਿਹਾ। ਪਰ ਇੱਕ ਨਵੀਂ ਪਾਰਟੀ ਇਮਰਜ ਕਰ ਰਹੀ ਆ, ਉੱਭਰ ਰਹੀ ਆ, ਸਾਹਮਣੇ ਆ ਰਹੀ ਆ, ਜਿਹੜੀ ਭਾਜਪਾ ਦਾ ਬਦਲ ਬਣ ਸਕਦੀ ਹੈ। ਉਹ ਪਾਰਟੀ ਆਮ ਆਦਮੀ ਪਾਰਟੀ ਹੈ। ਜੇ ਉਹ ਪਾਰਟੀ ਇਸੇ ਤਰ੍ਹਾਂ ਉੱਭਰਦੀ ਗਈ ਤੇ ਭਾਜਪਾ ਦੇ ਸਾਹਮਣੇ ਇੱਕ ਯੋਗ ਆਲਟਰਨੇਟਿਵ ਇਹੋ ਜਿਹਾ ਪੇਸ਼ ਕਰ ਸਕਦੀ ਹੈ, ਜਿਹਦੇ ਬਾਰੇ ਹੁਣ ਤੱਕ ਕਿਸੇ ਨੇ ਨਹੀਂ ਸੋਚਿਆ। ਸਾਹਿਬ, ਕਾਂਗਰਸ ਦਾ ਲੀਡਰ ਸਾਹਮਣੇ ਆਵੇ ਕਿਹੜਾ, ਸਾਰੇ ਤਾਂ ਟੁੱਟਦੇ ਜਾ ਰਹੇ। ਕੋਈ ਗਰੁੱਪ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ। ਦੂਸਰੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ, ਸੰਯੁਕਤ ਕਿਸਾਨ ਮੋਰਚਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਕੇਂਦਰ ਸਰਕਾਰ ਤੋਂ ਪੁੱਛਿਆ ਗਿਆ ਕਿ ਜੇਕਰ ਤੁਸੀਂ MSP ਤੇ ਕਮੇਟੀ ਬਣਾਉਣੀ ਹੈ, ਕਿਉਂਕਿ ਕੁਝ ਦਿਨ ਪਹਿਲਾਂ ਨਾਵਾਂ ਦੀ ਚਰਚਾ ਚੱਲਦੀ ਪਈ ਹੈ, ਪਰ ਸਾਹਿਬ ਪੂਰੀ ਕਹਾਣੀ ਕੀ ਹੈ? ਦੇਖੋ, ਜਿਹੜੀ ਹੈਗੀ ਆ ਇਹ ਕਿਸਾਨਾਂ ਦੇ ਮੁੱਦੇ ਦੇ ਉੱਤੇ ਚਰਚਾ ਬੜੇ ਚਿਰਾਂ ਤੋਂ ਚੱਲਦੀ ਸੀ। ਪਿਛਲੇ ਸਾਲ 2020 ਦੇ ਵਿੱਚ ਅਚਾਨਕ ਫਰਵਰੀ ਵਿੱਚ ਇੱਕ ਮੀਟਿੰਗ ਸਭ ਤੋਂ ਪਹਿਲਾਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸੱਦੀ। ਉਹਨੇ ਕਿਸਾਨਾਂ ਦੇ ਸਾਰੇ ਲੀਡਰ ਵੀ ਸੱਦ ਲਏ, ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਲੀਡਰ ਵੀ ਸੱਦੇ। ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਜਦੋਂ ਆਏ ਤੇ ਉਹਨਾਂ 'ਚ ਫਿਰ ਇਹ ਗੱਲ ਸੀ ਕਿ ਤੁਸੀਂ ਕਿਸੇ ਵੀ ਤਰੀਕੇ ਇਹਦਾ ਰਾਹ ਰੋਕੋ, ਨਹੀਂ ਤੇ ਭਾਰਤੀ ਜਨਤਾ ਪਾਰਟੀ 3 ਬਿੱਲ ਲਿਆਉਣ ਲੱਗੀ ਹੈ, ਜਿਹੜੇ ਬਿੱਲ ਕਿਸਾਨੀ ਵਾਸਤੇ ਬੜੇ ਮਾਰੂ ਸਾਬਤ ਹੋ ਸਕਦੇ ਆ। ਉੱਥੇ ਸਹਿਮਤੀ ਹੋ ਗਈ, ਸਾਰਿਆਂ ਨੇ ਆਖਿਆ ਅਸੀਂ ਤੁਹਾਡੇ ਨਾਲ ਤੁਰਾਂਗੇ, ਪਰ ਬਾਅਦ 'ਚ ਕਿਸੇ ਨੇ ਕੀਤਾ ਕੁਛ ਨਹੀਂ। ਅਖੀਰ ਸਤੰਬਰ ਵਿੱਚ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਕਰਾ ਕੇ ਤੇ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਡਾਕਟਰ ਦਰਸ਼ਨਪਾਲ, ਇਹ ਸਾਰੇ ਲੋਕ ਜਿਹੜੇ ਸੀ, ਇਹਨਾਂ ਦੀ ਅਗਵਾਈ 'ਚ ਇੱਕ ਮੋਰਚਾ ਲਾਤਾ ਕਿਸਾਨਾਂ ਨੇ ਪੰਜਾਬ ਦੇ ਟੋਲ ਪਲਾਜ਼ਿਆਂ ਤੇ। 2 ਮਹੀਨੇ ਮੋਰਚਾ ਚੱਲਿਆ। ਫਿਰ ਇਹਨਾਂ ਨੇ ਅਚਾਨਕ ਐਲਾਨ ਕੀਤਾ ਕਿ 25 ਤੇ 26 ਨਵੰਬਰ ਨੂੰ 2 ਦਿਨ ਅਸੀਂ ਦਿੱਲੀ ਵਿੱਚ ਵੀ ਜਾ ਕੇ ਵਿਖਾਵਾ ਕਰਕੇ ਆਵਾਂਗੇ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ, ਤੇ ਉੱਥੇ ਸਾਡੇ ਨਾਲ ਦੂਜਿਆਂ ਸੂਬਿਆਂ ਦੇ ਕਿਸਾਨ ਵੀ ਹੋਣਗੇ। ਸਿਰਫ 2 ਦਿਨ ਦਾ ਪ੍ਰੋਗਰਾਮ ਸੀ। ਇਹ ਜਦੋਂ ਉੱਧਰ ਨੂੰ ਗਏ, ਪਹਿਲਾਂ ਤਾਂ ਹਰਿਆਣੇ 'ਚ ਰੋਕਿਆ ਗਿਆ, ਇੱਕ ਨਹੀਂ ਥਾਂ 2 ਨਹੀਂ ਪਤਾ ਨਹੀਂ ਕਿੰਨੇ ਥਾਵਾਂ 'ਤੇ ਰੋਕਿਆ ਗਿਆ। ਕਿਸਾਨ ਚੜ੍ਹਦੇ ਗਏ, ਜਥੇ ਵੱਡੇ ਸਨ, ਫੋਰਸ ਪਿੱਛੇ ਹਟਦੀ ਗਈ। ਅਖੀਰ ਜਦੋਂ ਦਿੱਲੀ ਦੇ ਬਾਰਡਰਾਂ 'ਤੇ ਪਹੁੰਚੇ ਤੇ ਅਗਲੇ ਪਾਸੇ ਉਹਨਾਂ ਨੇ ਕਰੇਨਾਂ ਲਾ ਕੇ ਬਹੁਤ ਮਹਿੰਗੇ ਭਾਅ ਬਣੀਆਂ ਸੜਕਾਂ ਜਿਹੜੀਆਂ ਸੀ, ਹਾਈਵੇਜ਼, ਐਕਸਪ੍ਰੈਸਵੇਜ਼, ਉਹ ਪੁੱਟ ਕੇ ਜਿਹੜੀਆਂ ਖਾਲੀਆਂ ਚੌੜੀਆਂ ਕਰਤੀਆਂ।
ਜਿਵੇਂ ਦੁਸ਼ਮਣ ਦੇਸ਼ ਦੇ ਟੈਂਕ ਆਉਂਦੇ ਜਿਹੜੇ ਉਹਨਾਂ ਨੂੰ ਰੋਕਣਾ ਹੋਵੇ। ਉਹਦੇ ਨਾਲ ਕੀ ਹੋਇਆ ਕਿ ਉੱਥੇ ਜਾ ਕੇ ਜਦੋਂ ਉਹਨਾਂ ਕਹਿਤਾ ਅੱਗੇ ਨਹੀਂ ਲੰਘਣ ਦੇਣਾ, ਇਹਨਾਂ ਆਖਿਆ ਠੀਕ ਹੈ। ਉੱਦਾਂ ਤਾਂ ਅਸੀਂ ਸਿਰਫ 2 ਦਿਨ ਵਾਸਤੇ ਆਏ ਸਾਂ, ਅਸੀਂ ਮੁੜ ਜਾਣਾ ਸੀ। ਹੁਣ ਅਸੀਂ ਇੱਥੇ ਬੈਠੇ ਹਾਂ, ਜਦ ਤੱਕ ਸਾਨੂੰ ਦਿੱਲੀ 'ਚ ਵੜਨ ਦੀ ਆਗਿਆ ਨਾ ਦਿੱਤੀ ਗਈ ਜਾਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਉਹਨਾਂ ਚਿਰ ਜਾਂਦੇ ਨਹੀਂ। ਇਹਨਾਂ ਨੇ 25 ਨਵੰਬਰ 2020 ਨੂੰ ਮੋਰਚਾ ਲਾਇਆ। ਉਹ ਮੋਰਚਾ ਨਵੰਬਰ ਤੋਂ ਬਾਅਦ ਉਹ ਸਵਾ ਮਹੀਨਾ ਤਾਂ ਚੱਲਿਆ ਹੀ ਚੱਲਿਆ। ਅੱਗੋਂ 2021 ਦਾ ਵੀ ਸਾਲ ਚੱਲੀ ਜਾਂਦਾ, ਅੱਧਾ ਸਾਲ ਪੌਣਾ ਸਾਲ ਲੰਘ ਗਿਆ ਜੇ ਚੱਲੀ ਜਾਂਦਾ। ਜਦੋਂ ਪੌਣੇ ਸਾਲ ਤੋਂ ਵੱਧ ਹੋ ਗਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਇੱਕ ਦਿਨ ਗੁਰਪੁਰਬ ਵਾਲਾ ਦਿਨ ਸੀ, ਸਿੱਖ ਪੰਥ ਵਿੱਚ ਸਤਿਕਾਰ ਦੀ ਭਾਵਨਾ ਸੀ, ਤੜਕੇ ਉੱਠ ਕੇ ਤੇ ਉਹਨੇ ਐਲਾਨ ਕਰ ਦਿੱਤਾ ਕਿ ਅਸੀਂ ਬਿੱਲ ਤੇ ਬਣਾਏ ਸੀ, ਲਿਆਂਦੇ ਸੀ ਇਸ ਕਰਕੇ ਕਿ ਕਿਸਾਨਾਂ ਦਾ ਭਲਾ ਕਰਨਾ। ਸਾਡੇ ਮਨ 'ਚ ਅਜੇ ਵੀ ਹੈ ਕਿ ਕਿਸਾਨਾਂ ਵਾਸਤੇ ਫਾਇਦੇਮੰਦ ਹੈ, ਪਰ ਅਸੀਂ ਕਿਉਂਕਿ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਇਸ ਕਰਕੇ ਮੈਂ ਕਹਿੰਦਾ ਜੀ ਮੇਰੀ ਸਰਕਾਰ ਇਹ ਤਿੰਨੇ ਬਿੱਲ ਬਿਨਾਂ ਸ਼ਰਤ ਵਾਪਸ ਲੈਂਦੀ ਹੈ। ਤਿੰਨੇ ਕਾਨੂੰਨ ਅਸੀਂ ਰੱਦ ਕਰਦੇ। ਉਹ ਤਾਂ ਕਾਨੂੰਨ ਬਣ ਚੁੱਕੇ ਸੀ, ਬਣੇ ਕਾਨੂੰਨ ਪਾਰਲੀਮੈਂਟ 'ਚ ਮਤਾ ਪੇਸ਼ ਕਰਕੇ ਪਾਸ ਕਰਕੇ ਤੇ ਰੱਦ ਕੀਤੇ ਗਏ। ਕਿਸਾਨਾਂ ਨੂੰ ਆਖਿਆ ਹੁਣ ਜਾਓ ਜੀ ਵਾਪਸ, ਤੁਸੀਂ ਪੰਜਾਬ ਨੂੰ, ਹਰਿਆਣੇ ਨੂੰ, ਯੂਪੀ ਨੂੰ, ਰਾਜਸਥਾਨ ਨੂੰ, ਜਿੱਥੋਂ ਆਏ ਮੁੜ ਜਾਓ। ਉਹ ਅੱਗੋਂ ਕਹਿੰਦੇ ਜੀ ਇਹਨੇ ਤੇ ਨਹੀਂ ਸਰਨਾ। ਅਗਲੀ ਗੱਲ ਇਹ ਹੈ ਕਿ ਤੁਸੀਂ ਇੱਕ ਬਿਜਲੀ ਬਾਰੇ ਬਿੱਲ ਬਣਾਉਂਦੇ ਪਏ ਹੋ, ਉਹ ਵੀ ਸਾਡੇ ਖਿਲਾਫ, ਉਹ ਵੀ ਰੱਦ ਕਰੋ। ਭਾਰਤ ਸਰਕਾਰ ਨੇ ਆਖਿਆ ਜੀ ਉਹ ਬਿੱਲ ਅਸੀਂ ਪੇਸ਼ ਨਹੀਂ ਕਰਾਂਗੇ, ਅਸੀਂ ਸਹਿਮਤੀ ਕਰ ਲਈ, ਲਿਖਤੀ ਤੌਰ 'ਤੇ ਸਹਿਮਤੀ ਆ ਗਈ। ਇਹਦੇ ਤੋਂ ਬਾਅਦ ਭਾਰਤ ਸਰਕਾਰ ਕੋਲ ਇਹਨਾਂ ਨੇ ਇੱਕ ਹੋਰ ਮੰਗ ਰੱਖਤੀ ਕਿ ਮਿਨੀਮਮ ਸਪੋਰਟ ਪ੍ਰਾਈਸ MSP, ਘੱਟੋ ਘੱਟ ਖਰੀਦ ਕੀਮਤ, ਇਹਦੀ ਗਰੰਟੀ ਦਿਓ। ਸਰਕਾਰ ਨੇ ਲਿਖ ਕੇ ਭੇਜਤਾ ਗਰੰਟੀ ਦਿੰਦੇ ਹਾਂ। ਇਹਨੇ ਆਖਿਆ ਗਰੰਟੀ ਕਿੱਦਾਂ ਹੋਵੇਗੀ, ਤੁਹਾਡੇ ਅਫਸਰ ਤੈਅ ਕਰਨਗੇ, ਸਾਡਾ ਨੁਮਾਇੰਦਾ ਨਾਲ ਬੈਠਾ, ਤੁਸੀਂ ਮਰਜ਼ੀ ਦਾ ਰੇਟ ਤੈਅ ਕਰੋਗੇ। ਉੱਥੇ ਫਿਰ ਸਰਕਾਰ ਨੇ ਇਹ ਲਿਖ ਕੇ ਦਿੱਤਾ ਕਿ ਜਿਹੜੀ MSP ਬਾਰੇ ਕਮੇਟੀ ਬਣੇਗੀ, ਉਸ ਕਮੇਟੀ 'ਚ ਕਿਸਾਨਾਂ ਦਾ ਇੱਕ ਨੁਮਾਇੰਦਾ ਵੀ ਹੋਵੇਗਾ ਤੇ ਉਹ ਨੁਮਾਇੰਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਤੋਂ ਮੰਗਾਂਗੇ। ਹੁਣ ਸੰਯੁਕਤ ਕਿਸਾਨ ਮੋਰਚਾ ਬਾਅਦ 'ਚ ਚੋਣਾਂ 'ਚ ਪਾਟ ਗਿਆ। ਇਹਨਾਂ 'ਚੋਂ ਕੁਝ ਲੋਕ ਸੰਯੁਕਤ ਕਿਸਾਨ ਮੋਰਚੇ ਵਾਲੇ ਕਿਸਾਨਾਂ ਦੇ ਮੁੱਦੇ 'ਤੇ ਖੜੇ ਰਹੇ, ਉਹਨਾਂ ਚੋਣਾਂ ਨਹੀਂ ਲੜੀਆਂ, ਕੁਝ ਲੋਕਾਂ ਨੇ ਲੜੀਆਂ। ਜਦੋਂ ਚੋਣਾਂ ਲੜ ਲਈਆਂ, ਵੋਟਾਂ ਬਹੁਤੀਆਂ ਨਹੀਂ ਪਈਆਂ। ਕਿਸਾਨ ਲੀਡਰ ਜਿਹੜੇ ਹੁਣ ਤੱਕ ਵੱਖਰੇ ਖੜੇ ਸੀ, ਉਹਨਾਂ ਨੇ ਆਖਿਆ ਜੀ ਅਸੀਂ ਲਾਵਾਂਗੇ ਮੋਰਚਾ, ਤੁਸੀਂ ਤੇ ਚੋਣਾਂ ਲੜਨ ਵਾਲੇ, ਤੁਸੀਂ ਹੁਣ ਨਾ ਆਇਓ। ਇਹਨਾਂ ਨੇ ਆਖਿਆ ਅਸੀਂ ਵੀ ਲਾਵਾਂਗੇ, ਉਹਨਾਂ ਨੇ ਆਖਿਆ ਸਾਡੇ 'ਚ ਨਾ ਆਇਓ। ਹੁਣ ਕਿਸਾਨ ਮੋਰਚੇ ਬਣ ਗਏ 2। ਜੇ ਤੇ ਅੰਦਰ ਖਾਤੇ ਸਹਿਮਤੀ ਹੋ ਜਾਵੇ ਤਾਂ ਗੱਲ ਠੀਕ ਹੈ, ਨਹੀਂ ਹੁੰਦੀ ਤਾਂ ਰੇੜਕਾ। ਇਹਦੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਸਰਕਾਰ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਇਹ ਗੱਲ ਸਾਨੂੰ ਦੱਸੋ ਕਿ ਜਿਹੜਾ ਤੁਸੀਂ MSP 'ਚ ਕਮੇਟੀ ਬਣਾਉਣ ਲੱਗਿਆ, ਇੱਕ ਨੁਮਾਇੰਦਾ ਸਾਡਾ ਵੀ ਪਾਉਣਾ, ਸਾਡੇ ਤੋਂ ਤੁਸੀਂ ਵਾਰ-ਵਾਰ ਨਾਂ ਮੰਗਦੇ ਆ ਕਿ ਅਸੀਂ ਆਪਣੇ ਇੱਕ ਨੁਮਾਇੰਦੇ ਦਾ ਨਾਂ ਦੇਈਏ। ਅਸੀਂ ਨਾਂ ਦੇਣ ਨੂੰ ਤਿਆਰ ਹਾਂ, ਪਰ ਸਾਨੂੰ ਪਹਿਲਾਂ ਇਹ ਦੱਸ ਦਿਓ ਇਸ ਕਮੇਟੀ ਦੀਆਂ ਸ਼ਰਤਾਂ ਕੀ। ਨਵਜੀਤ ਜੀ, ਸਰਕਾਰੀ ਕੰਮ ਕਰ ਰਹੇ ਹੁੰਦਾ ਕਿ ਕਿਸੇ ਬੰਦੇ ਨੂੰ ਡਿਊਟੀ ਸੌਂਪਣੀ ਹੋਵੇ ਤੇ ਨਾਲ ਬਕਾਇਦਾ ਇੱਕ ਨੋਟੀਫਾਈ ਕੀਤਾ ਜਾਂਦਾ, ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਕਿ ਇਹ ਬੰਦਾ ਇਸ ਤਰ੍ਹਾਂ ਤਾਂ ਜਾਵੇਗਾ, ਇਹਦੇ ਆਉਣ ਜਾਣ ਦਾ ਪ੍ਰਬੰਧ ਕੀ ਹੈ, ਗੱਡੀ ਮਿਲੇਗੀ ਕਿ ਨਹੀਂ ਮਿਲੇਗੀ, ਇਹਨੂੰ ਕੋਈ ਸਟੈਨੋਟਾਈਪਿਸਟ ਮਿਲੇਗਾ ਕਿ ਨਹੀਂ ਮਿਲੇਗਾ, ਡਰਾਈਵਰ ਮਿਲਣਾ ਕਿ ਨਹੀਂ ਮਿਲਣਾ, ਸਭ ਗੱਲਾਂ ਉੱਥੇ ਤੈਅ ਹੁੰਦੀਆਂ ਨੇ। ਇਸੇ ਤਰ੍ਹਾਂ ਕਮੇਟੀ ਬਣਨੀ ਹੋਵੇ, ਉਹ 'ਚ ਲਿਖਿਆ ਜਾਂਦਾ ਇਹਦੇ ਮੈਂਬਰ ਇੰਨੇ ਹੋਣਗੇ, ਲੋੜ ਪਈ ਤੇ ਵਾਧਾ ਘਟਾ ਕੀਤਾ ਜਾ ਸਕਦਾ, ਇਹਦੇ ਮੈਂਬਰਾਂ ਨੂੰ ਕੋਈ ਭੱਤਾ ਮਿਲੇਗਾ ਕਿ ਨਹੀਂ, ਤਨਖਾਹ ਮਿਲੇਗੀ ਕਿ ਨਹੀਂ, ਇਹਨਾਂ ਦਾ ਪ੍ਰਧਾਨ ਕੌਣ ਹੋਵੇਗਾ ਤੇ ਵਾਈਸ ਪ੍ਰਧਾਨ ਕੌਣ ਹੋਵੇਗਾ, ਕਿ ਜੇ ਪ੍ਰਧਾਨ ਨਾ ਆਵੇ ਤੇ ਮੀਟਿੰਗ ਰੱਖੀ ਆ ਤੇ ਫਿਰ ਵਾਈਸ ਪ੍ਰਧਾਨ ਵੀ ਤਾਂ ਚਾਹੀਦਾ ਜਿਹੜਾ ਪ੍ਰਧਾਨਗੀ ਕਰ ਸਕੇ। ਇਹਦੇ ਨਾਲ ਸੈਕਟਰੀ ਕੌਣ ਹੋਵੇਗਾ ਜਿਹੜਾ ਪ੍ਰਧਾਨ ਦੇ ਕਹਿਣ 'ਤੇ ਤਰੀਕ ਮਿਥ ਕੇ ਤੇ ਮੀਟਿੰਗ ਸੱਦ ਸਕੇ। ਉਹਦੇ ਉੱਤੇ ਬਹੁਤ ਸਾਰੀਆਂ ਗੱਲਾਂ ਨੇ। ਇਹ ਵੀ ਲਿਖਿਆ ਜਾਂਦਾ ਕਿ ਇਹ ਕਮੇਟੀ ਸਿਰਫ MSP ਵਾਸਤੇ ਬਣਾਈ ਗਈ ਹੈ, ਇਹ ਕਮੇਟੀ ਕਿਸੇ ਹੋਰ ਕੰਮ 'ਚ ਦਖਲ ਨਹੀਂ ਦੇਵੇਗੀ। ਨਾਲ ਹੀ ਫਿਰ ਇਹ ਲਿਖਿਆ ਜਾਂਦਾ MSP ਦੇ ਵਿੱਚ ਫਲਾਨੀਆਂ ਫਸਲਾਂ ਆਉਂਦੀਆਂ, ਇਹ ਸਿਰਫ ਉਹਨਾਂ ਤੱਕ ਸੀਮਿਤ ਰਹੇਗੀ, ਹੋਰ ਕਿਸੇ ਦੀ ਸਿਫਾਰਿਸ਼ ਨਹੀਂ ਕਰੇਗੀ, ਪਰ ਜੇ ਇਹਨੇ ਕਰਨੀ ਹੋਵੇ ਤੇ ਫਿਰ ਇਹ ਦੱਸੇਗੀ ਕਿ ਫਲਾਣੀ ਫਸਲ ਵੀ ਇਹੋ ਜਿਹੀ ਹੈ ਜਿਹਦੇ ਉੱਤੇ MSP ਲਾਗੂ ਕੀਤਾ ਜਾ ਸਕਦਾ, ਇਹਦੇ ਬਾਰੇ ਸਰਕਾਰ ਦੱਸੇ। ਇਹ ਸਾਰੀਆਂ ਚੀਜ਼ਾਂ 'ਚ ਸ਼ਾਮਲ ਕੀਤੀਆਂ ਜਾਣਗੀਆਂ। ਇੰਨਾ ਕੁ ਜਦੋਂ ਸ਼ਾਮਲ ਕਰਨ ਦੀ ਗੱਲ ਚੱਲਦੀ ਹੈ ਤੇ ਤੁਸੀਂ ਇਹ ਸਮਝ ਲਓ ਕਿ ਇਹਦੇ ਨਾਲ ਫਿਰ ਅਲਟੀਮੇਟਲੀ ਇਹ ਹੋ ਜਾਂਦਾ ਕਿ ਜਿਹੜਾ ਸਰਕਾਰ ਦਾ ਰੁਖ ਆ ਉਹ ਵੀ ਬਦਲ ਜਾਂਦਾ। ਇਹਨਾਂ ਨੇ ਕਹਿ ਤਾ ਕਿ ਤੁਸੀਂ ਜਿਹੜੀਆਂ ਸਰਕਾਰ ਦੇ ਵੱਲੋਂ ਕਮੇਟੀ ਬਣਾਉਣ ਵਾਸਤੇ ਸ਼ਰਤਾਂ ਤੈਅ ਕੀਤੀਆਂ, ਜਿਹੜੇ ਰੂਲਸ ਤੈਅ ਕੀਤੇ ਆ ਕਿ ਤੁਸੀਂ ਕੀ ਕਰਨਾ ਚਾਹੁੰਦੇ, ਕੀ ਨਹੀਂ ਕਰਨਾ ਚਾਹੁੰਦੇ, ਸਾਨੂੰ ਵਿੱਚ ਨਾਲ ਬਿਠਾ ਕੇ ਸਾਡਾ ਉੱਥੇ ਕੀ ਜਿੰਮਾ ਹੋਵੇਗਾ, ਅਸੀਂ ਕਿਹੜੀ ਗੱਲ ਕਹਿ ਸਕਦੇ, ਕਿਹੜੀ ਨਹੀਂ ਕਹਿ ਸਕਦੇ। ਫੈਸਲਾ ਅੰਤ ਨੂੰ ਸਰਬਸੰਮਤੀ ਨਾਲ ਹੋਣਾ, ਆਮ ਸਹਿਮਤੀ ਨਾਲ ਹੋਣਾ ਜਾਂ ਵੋਟਾਂ ਦੇ ਹਿਸਾਬ ਨਾਲ ਹੋਣਾ। ਜੇ ਵੋਟਾਂ ਦੇ ਹਿਸਾਬ ਨਾਲ ਤਾਂ ਤੁਹਾਡੇ ਕਮੇਟੀ 'ਚ ਵੱਧ ਮੈਂਬਰ ਹੋਣਗੇ, ਸਾਡਾ ਤਾਂ ਉੱਥੇ ਇੱਕ ਬੈਠਾ ਹੋਵੇਗਾ, ਤੁਸੀਂ ਕਹੋ ਨਹੀਂ ਬਹੁਤ ਸੰਮਤੀ ਨਾਲ ਫੈਸਲਾ ਕਰ ਲਿਆ। ਇਹ ਸਭ ਗੱਲਾਂ ਸਰਕਾਰ ਪਹਿਲਾਂ ਤੈਅ ਕਰ ਲਵੇ ਤੇ ਫਿਰ ਅਸੀਂ ਆਵਾਂਗੇ, ਉਹਨਾਂ ਚਿਰ ਨਹੀਂ। ਜਿਹੜੀ ਗੱਲ ਆਖੀ ਹੈ ਕਿਸਾਨ ਮੋਰਚੇ ਨੇ, ਮੈਨੂੰ ਉਹ ਠੀਕ ਲੱਗਦੀ ਹੈ।
ਸਹੀ ਲੱਗਦਾ ਪੰਨੂ ਸਾਹਿਬ, ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਗੱਲ ਕਿੱਧਰ ਨੂੰ ਜਾਂਦੀ ਪਈ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਜਿੱਤੇ ਸ਼ਰਤਾਂ ਲਾਗੂ ਹੋਣਗੀਆਂ ਤਾਂ ਹੀ ਉਹ ਗੱਲਾਂ ਕਰਨਗੇ। ਜਾਂਦੇ ਜਾਂਦੇ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰ ਹੀ ਲੈਂਦੇ ਹਾਂ, ਕਿਉਂਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਉਧਰ ਨਵਜੋਤ ਸਿੰਘ ਸਿੱਧੂ ਸਾਬਕਾ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਆ। ਇਹ ਪੰਨੂ ਸਾਹਿਬ ਕੀ ਗੱਲ, ਦਰਸ਼ਨੀ ਘੋੜਾ ਨਹੀਂ ਬਣਨਾ ਚਾਹੁੰਦੇ ਜਾਂ ਫਿਰ ਕੁਰਸੀ ਦੀ ਪਈ ਹੈ ਪ੍ਰਧਾਨਗੀ ਦੀ, ਇਸ ਕਰਕੇ ਸਾਰਾ ਕੁਝ ਹੋ ਰਿਹਾ? ਦੇਖੋ, ਮੈਂ ਸਮਝਦਾ ਕਾਂਗਰਸ ਦੀ ਮਰਜ਼ੀ ਆ, ਉਹਨੂੰ ਪ੍ਰਧਾਨਗੀ ਦੇਵੇ, ਨਹੀਂ ਮਰਜ਼ੀ ਨਾ ਦੇਵੇ। ਇਹ ਵੇਖਣਾ ਚਾਹੀਦਾ, ਬੰਦਿਆਂ ਤੋਂ ਗਲਤੀਆਂ ਹੋ ਵੀ ਜਾਂਦੀਆਂ ਨੇ, ਇਹਦੇ ਤੋਂ ਵੀ ਹੋਈਆਂ ਹੋ ਸਕਦੀਆਂ, ਗਲਤੀਆਂ ਦੀ ਸਜ਼ਾ ਮਿਲ ਗਈ, ਕਾਂਗਰਸ ਪਾਰਟੀ ਨੇ ਭੁਗਤ ਲਈ। ਜੇ ਕਾਂਗਰਸ ਹਾਰ ਗਈ ਅਤੇ ਇਕੱਲੇ ਨਵਜੋਤ ਸਿੰਘ ਸਿੱਧੂ ਕਰਕੇ ਤਾਂ ਨਹੀਂ ਹਾਰ ਗਈ, ਜਿਹੜੇ ਬਾਕੀ ਨੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਆਪੋ ਆਪਣੇ ਇਲਾਕਿਆਂ 'ਚ ਕੀ ਹਾਲ ਰਿਹਾ, ਉਹਨਾਂ ਕੀ ਕੀਤਾ। ਨਵਜੋਤ ਸਿੰਘ ਸਿੱਧੂ ਨੂੰ ਵੀ ਥੋੜ੍ਹਾ ਜਿਹਾ ਕਿਤੇ ਇਕੱਲਿਆਂ ਬੈਠ ਕੇ ਸੋਚਣਾ ਚਾਹੀਦਾ ਕਿ ਮੇਰੇ ਕੋਲ ਸਿਰਫ ਮੈਂ ਸਾਬਕਾ ਵਿਧਾਇਕਾਂ ਦੀਆਂ ਮੀਟਿੰਗਾਂ ਕਰਾਉਣ ਡਿਆ, ਜਿਹੜੇ ਹੁਣ ਚੁਣੇ ਗਏ ਆ ਉਹ ਕਿਉਂ ਨਹੀਂ ਆਉਂਦੇ, ਇਹ ਜਿਹੜੇ ਹਾਰ ਗਏ ਇਹੋ ਹੀ ਕਿਉਂ ਆ ਰਹੇ ਆ। 2-3 ਜਣੇ ਜਿਹੜੇ ਚੁਣੇ ਗਏ ਨਵੇਂ ਉਹ ਆਏ, ਬਾਕੀ ਨਹੀਂ ਆ ਰਹੇ। ਇਹ ਸਾਰੇ ਕੁਝ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ, ਨਵਜੋਤ ਸਿੰਘ ਸਿੱਧੂ, ਇਹਨਾਂ ਸਾਰਿਆਂ ਨੂੰ ਹੀ ਆਪਣੇ ਪੈਂਤੜੇ ਬਾਰੇ ਦੁਬਾਰਾ ਵਿਚਾਰ ਕਰਨ ਦੀ ਲੋੜ ਪੈਣੀ ਹੈ। ਦੁਬਾਰਾ ਵਿਚਾਰ ਕੀਤੇ ਬਗੈਰ ਬਣ ਨਹੀਂ ਸਕਦਾ। ਮੈਂ ਚਰਨਜੀਤ ਸਿੰਘ ਚੰਨੀ ਦਾ ਨਾਂ ਨਹੀਂ ਲੈ ਰਿਹਾ, ਹਾਲਾਂਕਿ ਦਲਿਤ ਭਾਈਚਾਰੇ 'ਚ ਇੱਕ ਮੌਕੇ ਤੇ ਚੰਨੀ ਬਾਈ ਬਹੁਤ ਹੋਈ ਸੀ, ਬਾਅਦ 'ਚ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਉਹ ਹੁਣ ਚੁੱਪ ਕਰਕੇ ਬੈਠਾ ਵਿਚਾਰਾ, ਨਾ ਕਿਸੇ ਦੀ ਚੰਗੀ ਨਾ ਮਾੜੀ, ਸਾਧਾਂ ਵਾਲੀ ਜ਼ਿੰਦਗੀ ਜੀ ਕੱਟਦਾ ਪਿਆ। ਤੇ ਜਿਹੜਾ ਇਸ ਵੇਲੇ ਚੁੱਪ ਕਰਕੇ ਬੈਠਾ ਹੋਵੇ, ਉਹਨੂੰ ਕਿਸੇ ਕੰਟਰੋਵਰਸੀ 'ਚ, ਕਿਸੇ ਵਾਦ-ਵਿਵਾਦ 'ਚ ਨਹੀਂ ਘਸੀਟਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਜੇ ਮਿਹਨਤ ਕਰ ਰਿਹਾ, ਚੰਗੀ ਗੱਲ ਹੈ। ਇਹੋ ਹੀ ਮਿਹਨਤ ਜੇ ਕਿਤੇ ਚੋਣਾਂ 'ਚ ਕੀਤੀ ਹੁੰਦੀ ਤੇ ਚਲ ਥੋੜ੍ਹਾ ਜਿਹਾ ਸਿੱਟਾ ਜ਼ਿਆਦਾ ਚੰਗਾ ਨਿਕਲ ਸਕਦਾ ਸੀ। ਹੁਣ ਜੋ ਕਰਦਾ ਪਿਆ ਠੀਕ ਹੈ, ਇਹਨਾਂ ਕਰਨ ਦੇਣਾ ਚਾਹੀਦਾ। ਦੇਖਦੇ ਪੰਨੂ ਸਾਹਿਬ ਅੱਗੇ ਕੀ ਹੁੰਦਾ, ਕਿਉਂਕਿ ਦੂਸਰੇ ਦਿਨ ਟਵੀਟ ਤੋਂ ਬਾਅਦ ਫਿਰ ਇੱਕ ਦੂਜੇ ਦੇ ਉੱਪਰ ਸ਼ਬਦਾਵਲੀ, ਬਾਅਦ 'ਚ ਦੋਸ਼। ਆਉਣ ਵਾਲੇ ਸਮੇਂ ਦੇਖਦੇ ਕਿਸ ਤਰ੍ਹਾਂ ਤੈਅ ਹੁੰਦਾ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਖਬਰਾਂ 'ਤੇ ਚਰਚਾ ਕੀਤੀ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।